सारे प्रेस के वीरां भैनों नूं सारिਆਂ ਨੂੰ पहले मैं नहीं है भाई ये चल रहा अच्छा। Firstly, let me welcome everybody here. I'm extremely sorry that we are half an hour late because of the flight and which was basically not in our hands. They're all old friends of the press, so I hope we will. ਪੰਜਾਬ ਸਰਕਾਰ ਦੇ ਮੁਲਾਜ਼ਮ ਸੂਬਾ ਪ੍ਰਧਾਨ ਦੀ ਰੀੜ੍ਹ ਦੀ ਹੱਡੀ ਹਨ, ਪਰ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਇਹਨਾਂ ਮੁਲਾਜ਼ਮਾਂ ਨੂੰ ਵੱਡੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਪਰੇਸ਼ਾਨ ਸਨ। ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਪਰੇਸ਼ਾਨੀ ਨੂੰ ਸਮਝਦਿਆਂ ਹੋਇਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ 11% ਵਾਧਾ ਕਰਨ ਦਾ ਐਲਾਨ ਕੀਤਾ ਹੈ। 440 ਕਰੋੜ ਰੁਪਏ ਹਰ ਮਹੀਨੇ ਐਸੀ ਕਰਮਚਾਰੀਆਂ ਨੂੰ ਜ਼ਿਆਦਾ ਦੇਣ ਜਾ ਰਹੇ ਹੈ। ਡੀਏ ਦੇ ਰੂਪ ਦੇ ਵਿੱਚ ਉਹਨਾਂ ਦਾ ਅਸੀਂ 11% ਡੀਏ ਦੇ ਵਿੱਚ ਵਾਧਾ ਕਰ ਦਿੱਤਾ। ਅੱਜ ਤੋਂ ਅਸੀਂ ਇਹਨੂੰ ਲਾਗੂ ਕਰ ਰਹੇ ਹਾਂ। ਇਹਦੇ ਵਿੱਚ 440 ਕਰੋੜ ਰੁਪਏ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ-ਬਹੁਤ ਵਧਾਈ। ਮੁਲਾਜ਼ਮਾਂ ਦਾ ਇਹ ਭੱਤਾ 17% ਸੀ, ਜੋ ਕਿ ਇਸ ਸਾਲ 1 ਜੁਲਾਈ ਤੋਂ ਵਧਾ ਕੇ 28% ਕਰ ਦਿੱਤਾ ਗਿਆ ਹੈ। ਮਹਿੰਗਾਈ ਬਹੁਤ ਜ਼ਿਆਦਾ ਸੀ ਤੇ ਮੁਲਾਜ਼ਮਾਂ ਦਾ ਜਿਹੜਾ ਸੀ ਔਖਾ ਸੀ ਤੇ ਫੀਸਾਂ ਜਿਹੜੀਆਂ ਜ਼ਿਆਦੀਆਂ ਸੀਗੀਆਂ ਬੱਚਿਆਂ ਦੀਆਂ ਵੀ ਰਾਸ਼ਨ ਮਹਿੰਗਾ ਮਿਲਦਾ ਸੀ। ਥੋੜ੍ਹਾ ਇਹਨਾਂ ਰਾਹਤ ਮਿਲੂਗੀ। ਗੌਰਮੈਂਟ ਨੇ ਜੋ ਵੀ ਕੀਤਾ ਗੌਰਮੈਂਟ ਦਾ ਧੰਨਵਾਦ ਕਰਦੇ ਹਾਂ। ਸਰਕਾਰ ਨੇ 11% ਸਾਨੂੰ ਡੀਏ ਲਾਂਚ ਕੀਤਾ। ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਇੱਕ ਹੋਰ ਅਹਿਮ ਫੈਸਲੇ ਵਿੱਚ 1 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਬਾਕੀ ਮੁਲਾਜ਼ਮਾਂ ਵਾਂਗ ਸੋਧੀ ਹੋਈ ਤਨਖਾਹ ਵਿੱਚ ਘੱਟੋ-ਘੱਟ 15% ਦੀ ਵਾਧੇ ਦਾ ਲਾਭ ਮਿਲੇਗਾ। बहुत ही परम सत्कारयोग मेरे छोटे भाई साडी AICC ਦੇ सोशल मीडिया डिपार्टमेंट के चेयरमैन रोहन गुप्ता साहब ਜਿਹੜੇ विशेष तौर दिल्ली तो ਇੱਥੇ उपस्थित ने, साडे नैशनल स्पोक्समैन ਤੇ पंजाब ਦੀ एक साडा बहुत ही अच्छा सपुੱਤਰ ਜਿਹੜਾ पंजाब वास्ते नैशनल लैवल ਤੇ पार्टी की गल करता है, जयवीर सिंह शेरगिल जी, गौरव पांधी जी, साडे नौजवान साथी ਜਿਹੜੇ ਸਾਡੇ ਕੋਆਰਡੀਨੇਟਰ ने सोशल मीडिया ਦੇ ਇਲੈਕਸ਼ਨਾਂ ਤੱਕ ਇਹ ਸਾਡੇ ਨਾਲ ਰਹਿਣਗੇ। ਜੋਗਿੰਦਰ ਢੀਂਗਰਾ ਸਾਹਿਬ ਜਨਰਲ ਸੈਕਟਰੀ ਸਾਹਿਬ, ਸਾਡੇ ਪ੍ਰਦੇਸ਼ ਕਾਂਗਰਸ ਦੇ ਆਫਿਸ ਦੇ ਇੰਚਾਰਜ ਸਾਥੀ ਲੋਚਨ ਸਿੰਘ ਜੀ ਤੇ ਬਾਕੀ ਸਾਰੇ ਸਾਥੀ। ਜਿਸ ਤਰ੍ਹਾਂ ਪਹਿਲੇ ਪਾਂਧੀ ਸਾਹਿਬ ਨੇ ਤੇ ਉਸ ਤੋਂ ਬਾਅਦ ਰੋਹਨ ਜੀ ਨੇ ਤੁਹਾਨੂੰ ਇਹ ਸਮਝਾਇਆ ਕਿ ਬੇਸਿਕਲੀ ਸਾਡੀ ਕੋਸ਼ਿਸ਼ ਹੈ, ਦਿਨ ਤੇ ਸਾਨੂੰ ਦਿੱਤੇ ਨੇ ਬਹੁਤ ਥੋੜੇ, ਬਟ ਇਹ ਅਸੀਂ ਡਰਾਫਟ ਆਂਦੇ 15 ਦਿਨਾਂ ਦੇ ਵਿੱਚ ਤਿਆਰ ਕਰ ਲੈਣਾ। दूसरी गल यह है कि जिस तरह गुप्ता साहब ने गल कही कि कांग्रेस का बेसिक फेथ की है कि 2 वे होना चाहिए। 1 वे की कीमत तुसी वेख ली मोदी साहब की। बीजेपी दे सी कि फरमान जारी किया तो मनो, असी इन्हां नूं कहंदे रहे कि इहो जिहा फरमान ना जारी करो कि वापस लेना पे। 14 महीनों बाद 700 तो वध शहादतां तो बाद लखां आदमियां नूं दुखी करन तो बाद अज वो सरकार नूं रस्ता समझ आया। सो ये साडे वास्ते कांग्रेस वेखो वो जमात है जिसने इस महान देश नूं आज़ादी दिवाई। फिर उस आज़ादी नूं बरकरार रखने वास्ते एक नमाया रोल साडी लीडरशिप ने किया। पंजाब दे विच भी औखियां घड़ियां दे विच सारिਆਂ ਨੂੰ ਅੱਗੇ आ के पंजाब कांग्रेस की लीडरशिप सी जिन्हां ने शहादतां दित्तियां ते पंजाब दे विच अमन ते शांति बहाल की। हुण असीं पिछले 60 साल तो लगातार एक एग्रीकल्चर स्टेट है, हिंदुस्तान की नंबर 1 एग्रीकल्चर स्टेट। ये हुण जिहड़ा पहली ग्रीन रेवोल्यूशन सी असी उस तो अगे मूव करना। दूजी हरी क्रांति की लोड़ है। किस किस्म की एग्रीकल्चर प्रैक्टिसिस की लोड़ है, ये कंसल्टेशन तो बिना हो नहीं सकता। असी पंजाब के नामवर किसान जथेबंदियां, साडे नामवर एग्रीकल्चर साइंटिस्ट, उन्हां सारिਆਂ ਨਾਲ गलबात करके असी चाहांगे अगला फेज जिहड़ा अगला साडा जिहड़ी सरकार गुरु महाराज साहब की मेहर नाल परमात्मा की मेहर नाल आएगी, ਉਹਦਾ स्पैशल एम्फसिस ਕਿਹੜੀ ਗੱਲ ਤੇ ਹੋਏਗਾ, ਉਧਰ ਧਿਆਨ ਦੀ ਲੋੜ ਹੈ। ਤੁਹਾਨੂੰ ਪਤਾ ਇੰਟੈਂਸਿਵ ਐਗਰੀਕਲਚਰ ਨਾਲ ਵਾਟਰ ਲੈਵਲਸ ਥੱਲੇ ਜਾ ਰਹੇ ਨੇ, ਸਾਡਾ ਸੋਇਲ ਟੈਕਸਚਰ ਖਰਾਬ ਹੋ ਰਿਹਾ। ਪੰਜਾਬ ਨੂੰ ਨਵੀਂ ਕ੍ਰੌਪਿੰਗ ਪੈਟਰਨ ਲਿਆਉਣ ਦੀ ਲੋੜ ਹੈ। ਜਿੱਥੇ ਆਮਦਨ ਸਾਡੀ ਕੋਈ 50,000 ਤੋਂ ਲੱਖ ਰੁਪਏ ਏਕੜ ਦੀ ਹੈ, ਸਾਨੂੰ ਇਸ ਕਿਸਮ ਦੀ ਐਗਰੀਕਲਚਰ ਪ੍ਰੈਕਟਿਸਿਸ, ਇਸ ਕਿਸਮ ਦੇ ਬੀਜ, ਇਸ ਕਿਸਮ ਦੀਆਂ ਫਸਲਾਂ ਲੈ ਕੇ ਆਉਣੀਆਂ ਪੈਣਗੀਆਂ ਕਿ ਸਾਡੀ ਆਮਦਨ ਘੱਟ ਤੋਂ ਘੱਟ 4 ਤੋਂ 5 ਗੁਣਾ ਇਜ਼ਾਫਾ ਹੋ ਸਕੇ, ਲੋਕ ਆਪਣੀ ਜ਼ਿੰਦਗੀ ਅੱਛੀ ਤਰ੍ਹਾਂ ਬਤੀਤ ਕਰ ਸਕਣ। ਦੂਸਰੀ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਮਾਣ ਹੈ ਕਿ ਜਿੱਥੇ ਇੱਕ ਪਾਸੇ ਸਾਡੇ ਕਿਸਾਨ ਨੇ
ਜਿਹੜੇ ਦੇਸ਼ ਦੀ ਇੱਕ ਅੰਨ ਭੰਡਾਰ ਨੂੰ ਭਰ ਰਹੇ, ਦੂਜੇ ਪਾਸੇ ਸਾਡੇ ਹੀ ਨੌਜਵਾਨ ਬੱਚੇ ਜਿਹੜੇ ਨੇ ਚੀਨ ਤੋਂ ਲੈ ਕੇ ਪੰਜਾਬ ਦੇ ਬਾਰਡਰਸ ਤੱਕ, ਪਾਕਿਸਤਾਨ ਦੇ ਬਾਰਡਰਸ ਤੱਕ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ। ਅਸੀਂ ਸਪੈਸ਼ਲੀ ਸਾਡੀ ਆਰਮਡ ਫੋਰਸਿਸ ਨੂੰ ਕੀ ਚਾਹੀਦਾ, ਸਾਡੇ ਪੈਰਾਮਿਲਟਰੀ ਫੋਰਸਿਸ ਨੂੰ ਕੀ ਚਾਹੀਦਾ, ਸਾਡੇ ਸਰਕਾਰੀ ਮੁਲਾਜ਼ਮ ਜਿਹੜੇ ਉਹਨਾਂ ਦੀਆਂ ਕਾਂਗਰਸ ਪ੍ਰਤੀ ਕੀ ਆਕਾਂਸ਼ਾਵਾਂ ਨੇ। ਉਸ ਤੋਂ ਬਾਅਦ ਬਹੁਤ ਵੱਡਾ ਇੱਕ ਸੈਕਸ਼ਨ ਗੁਪਤਾ ਸਾਹਿਬ ਸਾਡਾ NRIs ਦਾ, ਜਿਹਨੂੰ ਅਜੇ ਤੱਕ 75 ਸਾਲਾਂ 'ਚ ਅਸੀਂ ਟੈਪ ਨਹੀਂ ਕਰ ਸਕੇ। ਅਸੀਂ ਉਹਨਾਂ ਨੂੰ ਵੋਟਾਂ ਵੇਲੇ ਅਪੀਲ ਜ਼ਰੂਰ ਕਰਨਾ ਹੈ, ਬਟ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰੋਬਲਮਸ ਨੇ ਇਸ ਕਿਸਮ ਦੀਆਂ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਹੱਲ ਕਰੇਗੀ। ਅਸੀਂ ਇਹੋ ਜਿਹਾ ਇੱਕ ਤੌਰ ਤਰੀਕਾ ਲੱਭਾਂਗੇ ਜਿਸ ਦੇ ਨਾਲ NRIs ਪੱਕੇ ਤੌਰ ਆਪਣੀ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀ, ਆਪਣੇ ਬਜ਼ੁਰਗਾਂ ਦੀ ਧਰਤੀ ਨਾਲ ਜੁੜ ਸਕਣ। ਟੂਰਿਜ਼ਮ 'ਚ ਬਹੁਤ ਵੱਡਾ ਪੋਟੈਂਸ਼ੀਅਲ ਹੈ, ਰਿਲੀਜੀਅਸ ਟੂਰਿਜ਼ਮ 'ਚ ਬਹੁਤ ਵੱਡਾ ਪੋਟੈਂਸ਼ੀਅਲ ਹੈ, ਤੇ ਕਲਚਰ ਤੇ ਸਪੋਰਟਸ ਜਿਹੜੀ ਕਿਸੇ ਟਾਈਮ ਪੰਜਾਬ ਦੀ ਜਿੰਦ ਜਾਨ। ਅੱਜ ਤੁਸੀਂ ਭਾਵੇਂ ਕੈਰੀਬੀਅਨ 'ਚ ਚਲੇ ਜਾਓ, ਭਾਵੇਂ ਜਮੈਕਾ ਚਲੇ ਜਾਓ, ਭਾਵੇਂ ਸਾਰੀ ਦੁਨੀਆ 'ਚ ਕਿਸੇ ਬੀਚ ਤੇ, ਕਿਸੇ ਰਿਜ਼ੋਰਟ ਤੇ ਚਲੇ ਜਾਓ, ਪੰਜਾਬੀ ਭਾਵੇਂ ਇੱਕ ਨਾ ਹੋਏ, ਮਿਊਜ਼ਿਕ ਪੰਜਾਬ ਦਾ ਵੱਜਦਾ ਹੋਏ। ਅੱਜ ਪੰਜਾਬੀ ਦੀ ਮੂਵੀਜ਼ ਜਿਹੜੀਆਂ ਨੇ ਕਟਿੰਗ ਅਕ੍ਰੋਸ ਪਾਰਟੀ ਜਿਹੜੀਆਂ ਆਪਣੀ ਲੈਂਗੁਏਜ ਦੀ ਬੈਰੀਅਰਸ ਨੇ, ਹਜ਼ਾਰਾਂ ਦੀ ਤਾਦਾਦ ਚੱਲ ਰਹੀ ਹੈ। ਸੋ ਸਾਨੂੰ ਇੱਥੇ ਫਿਲਮ ਸਟੂਡੀਓਜ਼ ਲਿਆਉਣ ਦੀ ਲੋੜ, ਕਲਚਰ ਦੇ ਵਿੱਚ ਕੰਮ ਕਰਨ ਦੀ ਲੋੜ, ਇਹ ਆਪਣੇ ਮਿਊਜ਼ਿਕ ਦੇ ਵਿੱਚ ਕੰਮ ਕਰਨ ਦੀ ਲੋੜ, ਆਪਣੇ ਸਪੋਰਟਸ ਫੈਸਿਲਿਟੀਜ਼ ਦੇਣ ਦੀ ਲੋੜ। ਜਿਹੜਾ ਕਿਸੇ ਟਾਈਮ ਦਾਰਾ ਸਿੰਘ ਤੇ ਮਿਲਖਾ ਸਿੰਘ ਦੇ ਨਾਲ ਜਾਣ ਵਾਲੀ ਸੂਬਾ ਸੀ, ਅੱਜ ਸਾਡੇ ਨੌਜਵਾਨ ਬੱਚੇ ਬਿਕੋਜ਼ ਇੱਧਰ ਧਿਆਨ ਤੁਹਾਡਾ ਘੱਟ ਹੋਇਆ, ਅਸੀਂ ਉਹ ਨਮਾਇਆ ਰੋਲ ਅਸੀਂ ਚਾਹੁੰਦੇ ਹਾਂ ਉਹ ਜਿਹੜੀ ਗਵਾਚੀ ਹੋਈ ਗਲੋਰੀ ਹੈ ਉਹ ਵਾਪਸ ਆਏ। ਫਿਰ ਸਾਰਿਆਂ ਨੂੰ ਵੱਡੀ ਵੇਖੋ ਇਹਦੇ ਵਿੱਚ ਅਸੀਂ ਧਿਆਨ ਦੇਣਾ ਕੁਆਲਿਟੀ ਹੈਲਥ ਸਰਵਿਸਿਜ਼ ਤੇ ਕੁਆਲਿਟੀ ਐਜੂਕੇਸ਼ਨ ਫੈਸਿਲਿਟੀਜ਼। ਇਹ ਦੋ ਚੀਜ਼ਾਂ ਬਹੁਤ ਸਾਡੇ ਵਾਸਤੇ ਵੱਡੀਆਂ ਨੇ। ਐਜੂਕੇਸ਼ਨ, ਸਾਨੂੰ ਇਹ ਖੁਸ਼ੀ ਹੈ ਗੁਪਤਾ ਸਾਹਿਬ ਕਿ ਇਸ ਟਾਈਮ ਸੈਂਟਰਲ ਗਵਰਨਮੈਂਟ ਦੀ ਜਿਹੜੇ ਪੈਰਾਮੀਟਰਸ ਨੇ ਉਸ ਮੁਤਾਬਕ ਐਜੂਕੇਸ਼ਨ ਸਿਸਟਮ ਪਿਛਲੇ 50 ਸਾਲਾਂ 'ਚ ਵੀ ਆਰ ਪਲੇਸਡ ਐਟ ਨੰਬਰ 1, not according to us but according to the parameters of the government of India। ਇਸ ਤਰ੍ਹਾਂ ਹੈਲਥ ਫੈਸਿਲਿਟੀਜ਼ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਕੋਰੋਨਾ ਵਿੱਚ। ਹਜ਼ਾਰਾਂ ਦੀ ਤਾਦਾਦ 'ਚ ਲੋਕਾਂ ਦੀਆਂ ਜਾਨਾਂ ਗਈਆਂ ਨੇ, ਮੌਤਾਂ ਹੋਈਆਂ ਨੇ। ਗਵਰਨਮੈਂਟ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ, ਬਟ ਸਾਡੀਆਂ ਉਹ ਫੈਸਿਲਿਟੀਜ਼ ਅਪਗ੍ਰੇਡ ਕਰਨੀਆਂ, ਪਿੰਡਾਂ ਵਿੱਚ ਲੈ ਕੇ ਜਾਣੀਆਂ, ਸ਼ਹਿਰਾਂ ਵਿੱਚ ਲੈ ਕੇ ਜਾਣੀਆਂ। ਸੋ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਸਾਨੂੰ ਇਹ ਕੰਮ ਕਰਨਾ ਹੋਏਗਾ। ਸੋ ਅਸੀਂ ਇੱਕ ਕੰਸਲਟੇਸ਼ਨ ਹੈ ਜਿਹੜਾ ਇਹਨਾਂ ਨੇ ਹੁਣ ਲਾਂਚ ਕੀਤਾ ਨੰਬਰ, ਉਹਦੇ ਜ਼ਰੀਏ ਅਸੀਂ ਹਰ ਸਾਡੀਆਂ ਲੇਡੀਜ਼ ਤੇ ਸਪੈਸ਼ਲ ਐਮਫੈਸਿਸ, ਪੰਜਾਬ ਦੀਆਂ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਇਹਨਾਂ ਤੇ ਸਪੈਸ਼ਲ ਐਮਫੈਸਿਸ ਦੇਣਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ 15 ਦਿਨਾਂ 'ਚ ਕਰਾਂਗੇ। ਅੱਜ ਹੀ ਇਸ ਤੋਂ ਬਾਅਦ ਮੈਂ ਤੇ ਸਾਡੀ ਜਿਹੜੀ ਟੀਮ ਹੈ ਜਿਹੜੀ 2-3 ਦਿਨਾਂ 'ਚ ਅਨਾਉਂਸ ਹੋਣ ਵਾਲੀ, ਜਿਹੜੇ ਮੈਂਬਰਸ ਨਾਲ ਹੋਣਗੇ, ਉਹ ਵੀ 1-2 ਦਿਨਾਂ 'ਚ ਉਹਨਾਂ ਦੇ ਨਾਮੀ 3 ਆਦਮੀ ਜਿਹੜੇ ਨੇ ਅਸੀਂ ਉਹ ਚੁਣੇ ਨੇ, ਉਹ ਜਿਹਦੇ ਨਾਂ ਜਿਹੜੇ ਨੇ ਆਉਂਦੇ ਟਾਈਮ ਤੁਹਾਨੂੰ ਦੇਵਾਂਗੇ। ਅੱਜ ਪਹਿਲੀ ਮੀਟਿੰਗ ਅਸੀਂ ਇੰਡਸਟਰੀ ਨਾਲ ਤੇ ਜਿਹੜੇ ਟ੍ਰੇਡਰਸ ਨੇ ਉਹਨਾਂ ਨਾਲ ਲੁਧਿਆਣੇ 4:30 ਵਜੇ ਕਰ ਰਹੇ ਹਾਂ। ਸੋ ਆਈ ਐਮ ਗੋਇੰਗ ਦੇਅਰ ਆਲਸੋ। ਤੋ ਇੰਨਾ ਹੀ ਕਹਿੰਦਾ ਹੋਇਆ ਤੁਸੀਂ ਕੋਈ ਗੱਲ ਕਰ, ਮੈਂ ਸਾਰਿਆਂ ਦਾ ਮਸ਼ਕੂਰ ਹਾਂ। ਜੇ ਇਸ ਤੋਂ ਇਲਾਵਾ ਕਿਸੇ ਨੇ ਕੋਈ ਸਵਾਲ ਜਵਾਬ ਕਰਨਾ, ਕੋਈ ਤੁਸੀਂ ਪਾਣੀ ਦੇ ਮੁੱਦੇ ਤੇ ਇੱਕ ਮਿੰਟ ਦੋ। सत श्रीकाल जी, नमस्कार। बाजवा साहब, रोहन जी ते गौरव पांधी जी ने पूरा गल कहती है, बस मैं 2 गल्लां जोड़नी है कि कोई भी घोषणा पत्र चुनाव सोशल टेक्नोलॉजी, सोशल मीडिया के माध्यम तो बगैर लड़िया नहीं जा सकता। पूरी इस मुहिम का एकमात्र लक्ष्य है घर बैठे अंगूठा दब के अपने फोन, अपनी सोच राਹੀਂ, अपनी सोच, अपनी आवाज कांग्रेस तक पहुंचे। एक दूजा, हिंदी की कहावत है कि चमन में इख्तलाते रंगबू से बात बनती है, हम ही हम हैं तो क्या हम हैं, तुम ही तुम हो तो क्या तुम हो। ए मुहिम इस गल का जींदा जागदा सबूत है कि भारतीय राष्ट्रीय कांग्रेस मैं नहीं हम दी राजनीति विच विश्वास रखती है। कांग्रेस पार्टी का आने वाला घोषणा पत्र सिर्फ कांग्रेस की आवाज़ नहीं होगा, वो पंजाब की जनता की सोच, पंजाब की विकास, पंजाब की अपेक्षा, पंजाब के लोगों की उम्मीदां, पंजाब के लोगों के सपनियां का होगा। तो सारे लोगों को, पंजाब के वसनीकियां को हाथ जोड़ के बेनती है इस मुद्दे नाल जुड़ो, क्योंकि यह पत्र तुहाडा पत्र है। इंडियन नेशनल कांग्रेस डज नॉट बिलीव इन मन की बात। Unlike the Prime Minister, Indian National Congress believes in जन की बात, जनता की बात। कांग्रेस पार्टी
ਆਪਣੇ ਮਨ ਦੀ ਗੱਲ 'ਚ ਨਹੀਂ, ਜਨਤਾ ਦੇ ਮਨ ਦੀ ਗੱਲ ਜਾਣਨਾ ਚਾਹੁੰਦੀ ਹੈ। ਬਾਜਵਾ ਸਾਹਿਬ ਨੇ ਪੰਜਾਬ ਦੇ ਹਰ ਇੱਕ ਕੋਨੇ ਵਿੱਚ ਆਪ ਜਾਣਾ ਹੈ, ਕਿਉਂਕਿ ਇਹ ਲਕਸ਼ ਹੈ ਕਿ ਕਿਸੇ ਬੰਦ ਕਮਰੇ 'ਚ ਬੈਠ ਕੇ ਘੋਸ਼ਣਾ ਪੱਤਰ ਨਹੀਂ ਬਣਨਾ, ਕੰਨ ਜ਼ਮੀਨ ਤੇ ਲਾ ਕੇ ਘੋਸ਼ਣਾ ਪੱਤਰ ਬਣਨਾ ਹੈ। ਵਾਸਤਵਿਕਤਾ ਜਿਹੜੀ ਵਾਸਤਵਿਕਤਾ ਦਾ ਆਈਨਾ ਅਸੀਂ ਸਮਝਣਾ ਵੀ ਹੈ। ਮਿਸਟਰ ਬਾਜਵਾ ਵਿਲ ਬੀ ਗੋਇੰਗ ਅਕ੍ਰੋਸ ਪੰਜਾਬ ਟੂ ਡੂ ਕੰਸਲਟੇਸ਼ਨ ਪ੍ਰੋਗਰਾਮਸ। ਮੈਂ ਬਸ ਇਹੀ ਕਹਿੰਦਾ ਜੀ, ਧੰਨਵਾਦ। ਬਾਜਵਾ ਸਾਹਿਬ, ਤੁਸੀਂ 17 ਤੋਂ ਪਹਿਲਾਂ ਤੁਹਾਨੂੰ ਦਿੱਲੀ ਵੱਲ ਨੂੰ ਮੋੜ ਦਿੱਤਾ ਗਿਆ ਸੀ। ਤੁਸੀਂ ਕਈ ਵਾਰ ਕਹਿੰਦੇ ਰਹੇ ਹੋ ਕਿ ਪੰਜਾਬ ਦੀ ਸਿਆਸਤ ਨੂੰ ਐਕਟਿਵ ਹੋ ਗਏ, ਪਰ ਜੋ ਪਿਛਲੇ 5 ਸਾਲਾਂ ਵਿੱਚ ਤੁਸੀਂ ਵੀ ਹੋਰ ਵੀ ਕਈਆਂ ਨੇ ਵਿਚਾਰ ਦੱਸੇ ਹੈ ਜੋ ਕੰਡੇ ਵਿਛੇ ਹੋਏ ਨੇ, ਗਰਾਊਂਡ ਤੇ ਜੋ ਮੁੱਦੇ ਨੇ, ਉਹ ਮੈਨੀਫੈਸਟੋ ਵਿੱਚ ਪਿਛਲਾ ਮੈਨੀਫੈਸਟੋ ਯਾਦ ਕਰੋ, ਹੁਣ ਦਾ ਮੈਨੀਫੈਸਟੋ, ਜਿਹੜੇ ਕੰਡੇ ਵਿਛੇ ਹੋਏ ਨੇ, ਇਹ ਕਾਂਗਰਸ ਲਈ ਤੁਸੀਂ ਕਿੱਦਾਂ ਰਸਤਾ ਸਾਫ਼ ਕਰੋਗੇ? ਥੋੜਾ ਜਿਹਾ ਸਾਨੂੰ ਵਕਤ ਦਿਓ ਜੀ। ਸਾਰੀ ਉਮਰ ਸਾਨੂੰ ਕੰਡੇ ਚੁੱਕਣ 'ਚ ਹੀ ਗੁਜ਼ਰ ਗਈ ਸਰ। ਇਹ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਕੰਡਾ ਕਿਸ ਤਰ੍ਹਾਂ ਚੁੱਕਣ, ਕੰਡੇ ਕਿਸ ਤਰ੍ਹਾਂ ਚੁੱਕਣੇ ਨੇ ਤੇ ਪੈਰ ਕਿਸ ਤਰ੍ਹਾਂ ਬਚਾਣੇ ਨੇ। ਅਸੀਂ ਦੋਨੋਂ ਕੰਮ ਕਰਾਂਗੇ। बाजवा साहब एक गल हो रहा है, बाजवा साहब बड़ी अच्छी बात कही कि कहते हैं मैनिफेस्टो जो है प्रतिज्ञा पत्र है, तो जो 2017 में प्रतिज्ञा की गई वो जो अभी तक नहीं पूरी हुई। अगर मैं DLP की बात करूं, अगर मैं ड्रग्स की बात करूं, अगर मैं 90,000 करोड़ रुपए के किसान कर्जे की बात करूं, 2500 रुपए बेरोजगारी भत्ते की बात करूं, ऐसी बहुत सारी लिस्टें हैं। मतलब इनफैक्ट राशन, घी, तेल, पानी, सारी चीजें हैं। उन प्रतिज्ञाओं का क्या होगा? मतलब नया प्रतिज्ञा आ जाएगा या वो प्रतिज्ञा साथ में चलेगी? बाजवा जी, मेरे क्लिक के साथ ही मेरा यही सवाल इसके साथ ही जुड़ता हुआ कि जो प्रतिज्ञा की बात 2017 की हो रही है, उस पे आम जनता तो आवाज उठा रही है, आपकी पार्टी के लोग भी आवाज उठा रहे हैं। बड़ी अच्छी गल है। वेखो यही तो वड्डी स्ट्रेंथ कांग्रेस की की है। ये किसी होर पार्टी च वेखिया तुसीं? ये कल्ली साडी कांग्रेस है जिहदे विच आवाज भी साडे ही उठा रहे हैं, जवाब भी साडे को मंग रहे हैं, इंप्लीमेंटेशन भी उहदी हो रही है। ये तो देखो इस तो होर बैटर की है। वॉलीबॉल की गेम की होती है, एक पासे बॉल सुटी, दूजे ने दूजे पासे सुट दी। तो ਇਹਦੇ ਵਿੱਚ ਸਾਰੇ ਸੁਧਾਰ ਲੈ ਕੇ ਆਵਾਂਗੇ। ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਪੂਰੀਆਂ ਜ਼ਰੂਰ ਕੀਤਾ ਜਾਏਗਾ। तो यही मैं गल कह सकता, बहुत कुछ प्रतिज्ञा पूरी होएगी क्योंकि प्रतिज्ञा पत्र है। हाँ जी 100%। ਤੁਸੀਂ ਫਿਕਰ ਕਿਉਂ ਕਰਦੇ ਹੋ ਕੈਲਾਸ਼ ਰਾਜ ਜੀ? ਕੈਲਾਸ਼ ਪਰਬਤ ਨੇ ਅਸੀਂ ਚੜ੍ਹਨਾ ਹੈ, ਸਾਰਾ ਕੁਝ ਹੋਏਗਾ, ਤੁਸੀਂ ਫਿਕਰ ਹੀ ਕਰੋ। मैंने कहा सारा कुछ हो रहा है, ਤੁਸੀਂ ਫਿਕਰ ਕਿਉਂ ਕਰਦੇ ਹੋ? ਕੋਈ ਚੰਦ ਅਜੇ ਦਿਨ ਬਕਾਇਆ ਹੈ ਨੇ ਨਾ, ਫਿਕਰ ਕਿਉਂ ਕਰਦੇ? 5 ਸਾਲ ਪੂਰੇ ਹੋਣ ਚ ਅਜੇ ਚੰਦ ਦਿਨ ਹੈ ਨੇ, ਕਿੰਨਾ ਕੁਝ ਕਰ ਦਿੱਤਾ। ਚੰਨੀ ਜੀ ਨੇ ਪਿੱਛੇ ਪ੍ਰੈਸ ਕਾਨਫਰੰਸ ਕੀਤੀ ਹੈ, ਸੋ ਮੈਨੀ ਥਿੰਗਸ। ਉਹ ਜਿਹੜੀ ਨੋਟੀਫਿਕੇਸ਼ਨ ਦੀਆਂ ਡੇਟਸ ਦੇ ਦਿੱਤੀਆਂ, ਜਿਹੜੇ ਕੁਝ ਚੀਜ਼ਾਂ ਛੋਟੀਆਂ ਛੋਟੀਆਂ ਰਹਿੰਦੀਆਂ ਨੇ, ਘਰ ਦੀ ਸਫਾਈ ਵੀ ਕਰਨ ਲੱਗੀ ਹੈ ਤਾਂ ਥੋੜਾ ਥੋੜਾ ਟਾਈਮ ਲੱਗਦਾ ਜੀ ਸਫਾਈ ਕਰਨ। ਸਰਕਾਰੀ ਉਸਦੇ ਉੱਪਰ ਕੁਝ ਉਸੇ ਚੀਜ਼ ਨੂੰ ਲੈ ਕੇ ਤੁਹਾਡੀ ਵੀ ਪਾਰਟੀ ਦੇ ਲੋਕ ਬਾਰ-ਬਾਰ ਘੇਰ ਰਹੇ ਨੇ, ਲੋਲੀਪੌਪ ਦੀ ਗੱਲ ਕਰ ਰਹੇ ਨੇ, ਵਿਪਕਸ਼ ਵੀ ਇਹ ਗੱਲ ਕਹਿ ਰਿਹਾ ਕਿ ਲੋਲੀਪੌਪ ਦੇ ਤੁਹਾਡੀ ਆਪਣੀ ਪਾਰਟੀ ਦੇ ਲੋਕ ਵੀ ਇਹ ਗੱਲ ਬੋਲ ਰਹੇ ਨੇ, स्टेट प्रेसिडेंट भी यही गल कह रहे हैं। ਬਿਲਕੁਲ। ਦੇਖੋ ਇਹਦਾ ਇਸ ਸਵਾਲ ਦਾ ਜਵਾਬ ਜਿਹੜਾ ਹੈ, ਮੇਰਾ ਖਿਆਲ ਜਿਹੜੇ ਰਿਸਪੌਂਸਿਬਲ ਲੋਕ ਨੇ, ਇੱਥੋਂ ਦੇ ਹੋਮ ਮਿਨਿਸਟਰ ਨੇ ਜਾਂ ਚੀਫ ਮਿਨਿਸਟਰ ਸਾਹਿਬ ਨੇ, ਇਹ ਉਹਦਾ ਦੇ ਸਕਦੇ। ਦਿਸ ਇਜ਼ ਸਮਥਿੰਗ ਕੰਸਰਨਿੰਗ ਦ ਲਾਅ ਐਂਡ ਆਰਡਰ, ਵਿੱਚ ਮੇਰਾ ਖਿਆਲ ਹੈ ਆਈ ਵਿਲ ਨਾਟ ਬੀ ਇਨ ਅ ਪੋਜੀਸ਼ਨ ਟੂ। ਮੈਂ ਤੇ ਜਿਹੜਾ ਆਉਣ ਵਾਲਾ ਜਿਹੜਾ ਫਿਊਚਰ ਹੈ, ਮੈਂ ਉਹਦਾ ਜ਼ਿਕਰ ਕਰ ਰਿਹਾ ਹਾਂ। ਤੁਸੀਂ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੋ, ਨਵਜੋਤ ਸਿੱਧੂ ਨਾਲ ਨੇ ਇੱਕ 13 ਪੁਆਇੰਟ ਏਜੰਡਾ ਆਪਣਾ ਪੰਜਾਬ ਮਾਡਲ ਬਾਰ-ਬਾਰ ਬੋਲਦੇ ਨੇ, ਹਾਊ ਐਂਡ ਕਿਸ ਤਰ੍ਹਾਂ ਤੁਸੀਂ ਇਨਕੋਰਪੋਰੇਟ ਕਰੋਗੇ ਉਹਦੇ ਬਾਰੇ? ਦੇਖੋ ਇਸ ਤਰ੍ਹਾਂ ਹੈ ਕਿ ਸਰ ਨਵਜੋਤ ਸਿੰਘ ਸਿੱਧੂ ਨਾਲ ਬਹੁਤ ਜਲਦੀ ਅਸੀਂ ਮੀਟਿੰਗ ਕਰਾਂਗੇ। ਜਿਹੜਾ ਵੀ ਪ੍ਰਧਾਨ ਜੀ ਦਾ ਆਈਡੀਆ ਹੈ ਉਹਨੂੰ ਸਪੈਸ਼ਲੀ ਅਸੀਂ ਉਹਦੇ 'ਤੇ ਸਪੈਸ਼ਲ ਫੋਕਸ ਰੱਖਣਾ। ਜੋ ਉਹਨਾਂ ਦਾ ਪਲਾਨ ਹੈ ਇਟਸ ਫॉर द ਬੈਟਰਮੈਂਟ ਆਫ ਪੰਜਾਬ। ਕੁਝ ਚੀਜ਼ਾਂ ਜੋ ਉਹ ਕਹਿਣਾ ਚਾਹੁੰਦੇ ਨੇ ਉਹ ਇਨਕੋਰਪੋਰੇਟ ਜ਼ਰੂਰ ਹੋਣਗੀਆਂ ਉਹਦੇ ਵਿੱਚ, ਕਿਉਂ ਨਹੀਂ? ਜੇ ਕੋਈ ਚੰਗੇ, ਜਿਸ ਤਰ੍ਹਾਂ ਉਹਨਾਂ ਦੇ ਕਈ ਸੁਜੈਸ਼ਨਸ ਹੈ ਨੇ, ਵਟ ਆਈ ਫੀਲ ਕਿ ਦੇ ਆਰ ਗੁੱਡ ਸੁਜੈਸ਼ਨਸ, ਐਂਡ ਜਿਹੜੀ ਚੀਜ਼ ਉਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਸਿਰੇ ਚੜ੍ਹੀ ਜਾ ਸਕਦੀ, ਅਸੀਂ ਜ਼ਰੂਰ ਉਸ ਨੂੰ ਲੈ ਕੇ ਆਵਾਂਗੇ। केजरीवाल साहब आते ने जी गारंटियां देते ने, क्या मैनीफेस्टो पार्टियां का ऐसा हो गया कि जब तक कोई चीज फ्री ना दी जाए, वोटर्स को ये ना किया जाए 300 यूनिट फ्री, अकालियां दी, कांग्रेस का यूनिट्स फ्री, केजरीवाल की गारंटी है मैनीफेस्टो हुन क्या इस दे दी बन के कांग्रेस का की मैनीफेस्टो? देखो बाय द एंड ऑफ द डे पैसा किहदा है? जनता ਦਾ। ਜਾ ਕਿਹਦੇ ਕੋ ਰਿਹਾ? 70% ਆਫ ਦੀ ਇਹ ਉਸ ਲੋਕਾਂ ਕੋ ਜਾ ਰਿਹਾ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ। ਤੇ ਜੇ ਅਸੀਂ ਦੇ ਵੀ ਰਹੇ ਵੈਲਫੇਅਰ ਸਟੇਟਸ ਨੇ, ਸਾਰੀ ਵੈਸਟਰਨ ਵਰਲਡ ਜਿਹੜਾ ਇਸ ਤੇ ਚੱਲ ਰਿਹਾ, ਵੈਸਟਰਨ ਵਰਲਡ ਵੀ ਇਸੇ ਤੇ ਚੱਲ ਰਿਹਾ। ਜੇ ਨਹੀਂ ਅਸੀਂ ਦਿੰਦੇ, ਅਗਲੇ ਕਹਿੰਦੇ ਸਰਕਾਰ ਕਿਹੜੇ ਕੰਮ ਨੂੰ ਬਣਾਈ ਜੀ।
ਤੁਸੀਂ ਇਕੱਲੀ ਟੈਕਸਿਸ ਇਕੱਠੇ ਕਰ ਲਓ, ਸਾਡੇ ਬੈਨੀਫਿਟ 'ਚ ਕੀ ਕਰ ਰਹੇ ਹੋ? ਸੋ ਇਹ ਦੋਨੋਂ ਚੀਜ਼ਾਂ ਚੱਲਦੀਆਂ ਨੇ। ਇੱਕ ਪਾਸੋਂ ਪੈਸੇ ਆਉਂਦੇ, ਦੂਜੇ ਪਾਸੇ ਤੁਸੀਂ ਆਪਣੇ ਗਰੀਬ ਲੋਕਾਂ ਦੇ ਵਿੱਚ ਉਸ ਦੀ ਜਿਹੜੀ ਹੈ ਉਹਦੇ ਬੈਨੀਫਿਟਸ ਵੀ ਤੁਸੀਂ ਦਿੰਦੇ ਹੋ। ਦਿਸ ਇਜ਼ ਹੈਪਨਿੰਗ ਵਰਲਡ ਓਵਰ, ਦਿਸ ਇਜ਼ ਨਥਿੰਗ ਨਿਊ ਐਂਡ ਉਸੇ 'ਚ ਹੀ ਅਸੀਂ ਕਰ ਰਹੇ ਹਾਂ ਐਂਡ ਪੰਜਾਬ ਵਧੀਆ ਚੱਲ ਵੀ ਰਿਹਾ ਜੀ। ਬਾਜੀ ਜੀ 2017 ਦੇ ਵਿੱਚ ਜਦੋਂ ਮੈਨੀਫੈਸਟੋ ਜਾਰੀ ਹੋਇਆ ਸੀ, ਕੈਪਟਨ ਅਮਰਿੰਦਰ ਸਿੰਘ ਫਰੰਟ ਫੇਸ ਦੇ ਤੌਰ ਤੇ ਸਾਹਮਣੇ ਖੜੇ ਸੀ। 4.5 ਸਾਲ ਬਾਅਦ ਕਾਂਗਰਸ ਦੇ ਕਈ ਆਗੂ ਇਹ ਕਹਿਣ ਲੱਗੇ ਕਿ 4.5 ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ, ਇਸ ਲਈ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਜ਼ਿੰਮੇਦਾਰ ਨੇ। ਹੁਣ ਤੁਸੀਂ ਮੈਨੀਫੈਸਟੋ ਨੂੰ ਲੈ ਕੇ ਇੱਥੇ ਆਏ ਹੋ, ਤੁਹਾਡਾ ਕੀ ਕਹਿਣਾ ਹੈ ਕਿ ਵਾਕਿਆ ਹੀ ਕੈਪਟਨ ਅਮਰਿੰਦਰ ਸਿੰਘ 4.5 ਸਾਲ ਲਈ ਜ਼ਿੰਮੇਦਾਰ ਨੇ ਜਾਂ ਪੂਰੀ ਦੀ ਪੂਰੀ ਪੰਜਾਬ ਕਾਂਗਰਸ ਜ਼ਿੰਮੇਦਾਰ ਹੈ ਜਿਹੜੇ ਵਾਅਦੇ ਪੂਰੇ ਨਹੀਂ ਹੋ ਸਕੇ? ਵੇਖੋ ਵਾਅਦੇ, ਤੁਸੀਂ ਵੇਖੋ ਇਸ ਗੱਲ ਦਾ ਤੁਹਾਨੂੰ ਕ੍ਰੈਡਿਟ ਨਵੇਂ ਚੀਫ ਮਿਨਿਸਟਰ ਨੂੰ ਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਦੇਣਾ ਚਾਹੀਦਾ। ਜਿਹੜੇ 4.5 ਸਾਲ ਕੈਪਟਨ ਸਾਹਿਬ ਹਿੱਲ ਨਹੀਂ ਸੀ ਰਹੇ, ਹੁਣ ਉਹ 100 ਨਹੀਂ ਰਹੇ ਜੀ। ਜਿਹੜੇ ਮਿਲਦੇ ਕਿਸੇ ਨੂੰ ਸੀ, ਇਹ ਮਿਲ ਤੋਂ 8 ਨਹੀਂ ਰਹੇ ਜੀ। ਜਿਹੜੇ ਵਾਅਦੇ 4.5 ਸਾਲ ਚ ਕਰਨੇ, ਉਹ 45 ਦਿਨਾਂ ਚ ਪੂਰੇ ਕਰ ਦਿੱਤੇ ਗਏ ਨੇ। ਤੋ ਇਸ ਗੱਲ ਕਰ, ਆਈ ਥਿੰਕ ਸੋ ਦੇ ਹੈਵ ਡਨ ਅ ਬ੍ਰਿਲੀਅੰਟ ਜੌਬ। ਇਹ ਜੇ ਇਹੀ ਚੀਜ਼ ਕੋਈ ਸਾਲ ਪਹਿਲੇ ਕਰ ਦਿੱਤੀ ਜਾਂਦੀ ਤਾਂ ਹੋਰ ਵੀ ਕੰਮ ਜਿਹੜਾ ਤੁਸੀਂ ਕਹਿ ਰਹੇ ਹੋ ਹੁਣ, ਜਿਹੜਾ ਬੜੀ ਸਪੀਡ ਨਾਲ ਹੁਣ ਲੱਗੇ ਆ ਸਫਾਈ ਕਰਨ, ਇਹ ਤਾਂ ਸੌਖਾ ਟਾਈਮ ਮਿਲ ਜਾਣਾ ਸੀ, ਹੋਰ ਵੀ ਬਹੁਤ ਕੁਝ ਹੋ ਜਾਣਾ ਸੀ। ਆਈ ਥਿੰਕ ਸੋ ਦੇ ਆਰ ਡੂਇੰਗ ਅ ਕਮੈਂਡੇਬਲ ਜੌਬ ਐਂਡ ਵੀ ਮਸਟ ਐਪਰੀਸ਼ੀਏਟ ਵਾਟ ਦੀ ਸਟੇਟ ਗਵਰਨਮੈਂਟ ਹੈਜ਼ ਡਨ ਇਨ ਅ ਵੈਰੀ ਸ਼ਾਰਟ ਟਾਈਮ। ਵੇਖੋ ਸਾਰੇ ਲਾਜਵਾਬ ਹੋ ਗਏ। ਚੰਨੀ ਸਾਹਿਬ ਨੂੰ ਤੁਸੀਂ ਕਈ ਵਾਰ ਕਿਹਾ ਕਿ ਥੋੜਾ ਵਕਤ ਸੌਂ ਵੀ ਲਿਆ ਕਰੋ, ਅਜੇ ਯੰਗਸਟਰਸ ਨੇ, ਨਹੀਂ ਤੇ ਅਦਰਵਾਈਜ਼ ਕੋਈ ਬਜ਼ੁਰਗ ਇੰਨਾ ਚਿਰ ਨਾ ਸੌਂਦਾ ਤਾਂ ਉਹਦੀ ਤਬੀਅਤ ਖਰਾਬ ਹੋ ਜਾਣੀ ਸੀ। तो इस गल करना होते सारी टीम रात दिन चल रही है। कर्जा माफ नहीं होया, बेरोजगारी भत्ता नहीं मिलिया, घर घर रोजगार नहीं पहुंचा, कैप्टन साहब ने सौं खाती सी मैनीफेस्टो लागू करन दी, कि हुण तुसीं भी खाओगे फिर? नहीं, ਅਸੀਂ ਸਹੁੰ ਤੇ ਬਲੀਵ ਹੀ ਨਹੀਂ ਕਰਦੇ, ਅਸੀਂ ਲੋਕਾਂ ਨੂੰ ਜ਼ੁਬਾਨ ਤੇ ਬਲੀਵ ਕਰਦੇ। ਜੇ ਸਹੁੰ ਉਹਨਾਂ ਨੇ ਖਾਧੀ ਨਹੀਂ, ਸਹੁੰ ਪਕਾਈ ਤੇ ਉਹਨਾਂ ਨੂੰ ਕੀਮਤ ਅਦਾ ਕਰਨੀ ਪੈਣੀ। ਤੁਸੀਂ ਸਮਝ ਗਏ ਹੋ ਕਿ ਨਹੀਂ? ਮੈਂ ਇਸ ਹੱਕ 'ਚ ਨਹੀਂ ਆ ਕਦੀ ਵੀ ਕਿ ਕਦੀ ਵੀ ਕੋਈ ਰਿਲੀਜੀਅਸ ਇਸ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਕੋਈ ਇਹੋ ਜਿਹਾ ਕੰਮ ਕਰੀਏ। ਹਮੇਸ਼ਾ ਜ਼ੁਬਾਨ ਹੁੰਦੀ, ਪਾਰਟੀਆਂ ਦੀ ਸੋਚ ਹੁੰਦੀ। ਕਾਂਗਰਸ ਹਮੇਸ਼ਾ ਸੋਚ ਤੇ ਚੱਲੀ, ਸਹੁੰ ਤੇ ਨਹੀਂ ਚੱਲੀ। ਤੇ ਜਿਹਨੇ ਸਹੁੰ ਖਾਧੀ ਏ ਉਹਨੂੰ ਫਿਰ ਉਸ ਜੇ ਨਹੀਂ ਪੂਰੀ ਕੀਤੀ ਉਹਨੂੰ ਉਹਦੀ ਇਹ ਬੜੀ ਵੱਡੀ ਕੀਮਤ ਅਦਾ ਕਰਨੀ ਪੈ ਗਈ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ, ਜਿਹੜੀ ਠੇਕੇਦਾਰੀ ਪ੍ਰਥਾ ਹੈ, ਲਗਾਤਾਰ ਧਰਨੇ ਮੁਜ਼ਾਹਰੇ ਹੋ ਰਹੇ, ਟੀਚਰਸ ਲਗਾਤਾਰ ਕਰ ਰਹੇ ਨੇ, ਮੁਲਾਜ਼ਮ ਲਗਾਤਾਰ ਕਰ ਰਹੇ ਨੇ, ਔਰ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਮੈਨੀਫੈਸਟੋ ਵਿੱਚ ਕਹਿ ਦਿੱਤਾ ਜਾਂਦਾ ਇਹਨਾਂ ਨੂੰ, ਮਤਲਬ ਪੱਕਾ ਕੁਝ ਵੀ ਕਹਿ ਦਿੱਤਾ ਜਾਂਦਾ, ਲੇਕਿਨ ਉਹ ਚੀਜ਼ਾਂ ਅਮਲ ਨਹੀਂ। ਕਿਆ ਇਹ ਚੀਜ਼ਾਂ ਵੀ ਇਸ ਵਾਰ ਜਿਹੜੇ ਵੀ ਮੁਲਾਜ਼ਮ ਐਤਕੀ ਅਸੀਂ ਇੰਸ਼ੋਰ ਕਰਾਂਗੇ ਚੰਦ ਪੁਆਇੰਟਸ ਹੋਣਗੇ, ਬਟ ਉਹ ਹੋਣਗੇ ਜਿਹੜੇ 100% ਇੰਪਲੀਮੈਂਟ ਹੋਣਗੇ। ਅਸੀਂ ਬਹੁਤ ਵੱਡਾ ਕੋਈ ਇਹਦਾ ਜਿਹੜਾ ਹੈ ਗ੍ਰੰਥ ਨਹੀਂ ਤਿਆਰ ਕਰਨਾ, ਅਸੀਂ ਮਿਨੀਮਾਈਜ਼ ਕਰਾਂਗੇ। ਛਾਪ ਹੋਏਗਾ, ਛੋਟਾ ਹੋਏਗਾ, ਛਾਪ ਹੋਏਗਾ ਤੇ 100% ਇੰਪਲੀਮੈਂਟ ਹੋਣ ਵਾਲਾ ਹੋਏਗਾ। whatever promise we will make, we will implement, and I am proud ਕਿ ਭਾਵੇਂ ਬਹੁਤ ਵੱਡੇ ਪ੍ਰੋਮਿਸਿਸ ਸੀ ਪਿਛਲੀ ਵਾਰ, ਬਹੁਤ ਹੱਦ ਤੱਕ ਅਸੀਂ ਉਹਨਾਂ ਪ੍ਰੋਮਿਸਿਸ ਨੂੰ ਬੜੀ ਔਖੀ ਸਥਿਤੀ ਦੇ ਵਿੱਚ ਵੀ ਪੂਰਾ ਕੀਤਾ। ਤੁਸੀਂ ਇਹਨਾਂ ਦੀ ਗੱਲ ਕਰ ਰਹੇ ਹੋ ਕੰਟਰੈਕਟ ਲੇਬਰ ਦੀ, 34,000 ਅਸੀਂ ਆਪਣੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਪੱਕਿਆ ਕੀਤਾ। 34,000 EMPLOYEES ਨੂੰ ਪੱਕਿਆ ਕੀਤਾ। ਕੁਝ ਹੋਰ ਵੇਖੋ ਰਹਿੰਦੇ ਵੀ ਨੇ। ਹਿੰਦੁਸਤਾਨ ਇੱਕ ਇਸ ਕਿਸਮ ਦੀ ਡਿਵੈਲਪਿੰਗ ਅਜੇ ਦੇਸ਼ ਹੈ। ਪੰਜਾਬ ਇਜ਼ ਅ ਡਿਵੈਲਪਿੰਗ ਇਕਨੋਮੀ। ਇਹਦੇ ਵਿੱਚ 100% ਸਵਿਟਜ਼ਰਲੈਂਡ ਵਾਲਾ ਕੰਮ ਨਹੀਂ ਹੋ ਸਕਦਾ। ਸਾਡੀ ਆਬਾਦੀ ਤਾਂ ਸਵਿਟਜ਼ਰਲੈਂਡ ਦੇ ਇੱਕ ਸ਼ਹਿਰ ਦੇ ਇੱਥੇ ਵਸ ਜਾਂਦਾ ਹੈ। ਤੋ ਇਸ ਗੱਲ ਦਾ ਥੋੜਾ ਜਿਹਾ ਤੁਸੀਂ ਸਮਝਦੇ ਹੋ, ਇਹਦਾ ਐਫਰਟ ਕਰਨਾ ਵੀ ਇੱਕ ਬਹੁਤ ਵੱਡੀ ਗੱਲ ਹੈ। ਡਰੱਗਸ ਦਾ ਇਸ਼ੂ ਜਿਹੜਾ ਹੈ ਹਾਂਜੀ, ਉਹ ਕਾਫੀ ਵੱਡਾ ਇਸ਼ੂ ਹੈ। ਤੁਹਾਡੇ ਪਿਛਲੇ ਮੈਨੀਫੈਸਟੋ ਦਾ ਪਾਰਟ ਸੀ ਤੇ ਐਸਟੀਐਫ ਦੀ ਰਿਪੋਰਟ ਤੇ ਕਾਫੀ ਚਰਚਾ ਹੋ ਰਹੀ ਹੈ। ਸਿੱਧੂ ਸਾਹਿਬ ਕਹਿੰਦੇ ਕਿ ਇਸ ਨੂੰ ਪਬਲਿਕ ਕਰੋ, ਜਿਹੜੀ ਐਸਟੀਐਫ ਦੀ ਰਿਪੋਰਟ ਹੈ, ਤੇ ਐਕਸ਼ਨ ਲਿੱਤਾ ਜਾਵੇ। ਬਟ ਤੁਹਾਡੇ ਜਿਹੜੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਸਾਹਿਬ ਨੇ, ਉਹਨਾਂ ਨੇ ਡੀਜੀਪੀ ਸਾਹਿਬ ਨੂੰ ਲੈਟਰ ਲਿਖਿਆ। ਉਹ ਕਹਿੰਦੇ ਜਿਹੜਾ ਲੀਗਲ ਹਿਚਿਸ ਤੇ ਅਸੀਂ ਇਸ ਦੇ ਵਿੱਚ ਇਨਵੈਸਟੀਗੇਟ ਨਹੀਂ ਕਰ ਸਕਦੇ। ਦੇਖੋ ਇਹ ਕਿਉਂਕਿ ਦੀ ਕੋਰਟਸ ਹੈਵ ਟੇਕਨ ਕੋਗਨੀਜੈਂਸ ਆਫ ਦਿਸ, ਮੈਂ ਇਹਦੇ ਤੇ ਨਾ ਹੀ ਕੋਈ ਬਿਆਨ ਦੇਵਾਂ ਤੇ ਚੰਗਾ ਹੋਵੇਗਾ। ਤੇ ਗਵਰਨਮੈਂਟ ਸ਼ੁੱਡ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੇ ਬਕਾਇਦਾ ਤਾਂ ਗਵਰਨਮੈਂਟ ਵਿਲ ਟੇਕ ਓਪੀਨੀਅਨ ਔਨ ਦਿਸ। ਇਹ ਸਬਜੂਡਿਸ ਹੈ ਮੈਟਰ, ਉਹਦੇ ਤੇ ਮੇਰਾ ਇਹਦੇ ਤੇ ਚਰਚਾ ਕਰਨਾ ਜਾਂ ਕੋਈ ਗੱਲ ਕਰਨੀ ਮੇਰਾ ਕੋਈ ਸ਼ੋਭਾ ਨਹੀਂ ਦੇਗੀ ਜੀ, ਐਂਡ ਅਪਰੋਪਰੀਏਟ ਨਹੀਂ ਹੋਏਗੀ। ਬਾਜਾ ਸਾਹਿਬ, ਇਹ ਜਿਹੜਾ ਪਿਛਲੀ ਵਾਰੀ ਤਾਂ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਇਹ ਕਿਹਾ ਜਾਂਦਾ ਵੀ ਸਾਨੂੰ ਫਾਈਨੈਂਸ਼ੀਅਲ ਸਿਚੁਏਸ਼ਨ ਨਹੀਂ ਪਤਾ ਸੀ, ਅਸੀਂ ਐਸੇ ਪ੍ਰੋਮਿਸਿਸ ਕਰਦੇ ਜਿਹੜੇ ਇੰਪਲੀਮੈਂਟ ਨਹੀਂ ਹੋ ਸਕਦੇ। ਕੀ ਹੁਣ ਤੁਸੀਂ ਫਾਈਨੈਂਸ਼ੀਅਲ ਸਿਚੁਏਸ਼ਨ, ਕਿਉਂਕਿ ਸਰਕਾਰ ਤੁਹਾਡੀ ਹੈ, ਤੁਸੀਂ ਉਹਨੂੰ ਚੰਗੀ ਤਰ੍ਹਾਂ ਖੋਜਬੀਨ ਕਰਕੇ ਮੈਨੀਫੈਸਟੋ ਪਾਓਗੇ ਤਾਂ ਕਿ ਕੋਈ ਏਦਾਂ ਫਾਲਸ ਪ੍ਰੋਮਿਸ ਨਾ ਹੋ? ਰਾਜਮੀਤ ਜੀ 100%। ਲਾਸਟ time we exactly did not know what the financial conditions of the state were,
ਇਸ ਟਾਈਮ ਤੇ ਵੀ ਨੋ ਐਵਰੀ ਸਿੰਗਲ ਥਿੰਗ ਕਿ ਸਾਡੀ ਫਾਈਨੈਂਸ਼ੀਅਲ ਪ੍ਰੋਬਲਮਸ ਕੀ ਨੇ। ਅਸੀਂ ਹਰ ਪ੍ਰੋਮਿਸ ਉਹ ਕਰਾਂਗੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੋ ਦੈਟ ਜਿਹੜਾ ਇੰਪਲੀਮੈਂਟ ਹੋ ਸਕਦਾ ਕੱਲਾ ਅਸੀਂ ਉਹ ਕਰਾਂਗੇ। ਅਸੀਂ ਡਾਇਰੈਕਸ਼ਨ ਬਦਲ ਲੱਗੇ। See, bringing in the second green revolution is most important. Bringing in better agriculture practices is most important. How do you get in better health infrastructure, education quality? ਇਹ ਅਸੀਂ ਕਰਨਾ ਹੈ। ਇਹਦੇ ਤੇ ਗਵਰਨਮੈਂਟ ਦਾ ਫੋਕਸ ਹੋਏ ਤੇ ਸਾਰਾ ਕੁਝ ਹੋ ਸਕਦਾ। ਪੈਸੇ ਹੈ ਨੇ, ਫੋਕਸ ਦੀ ਲੋੜ। ਬਾਜਾ ਜੀ, ਪਿਛਲੀ ਵਾਰ ਦੇ ਮੈਨੀਫੈਸਟੋ ਦੇ ਵਿੱਚ ਪੀਕੇ ਦੀ ਟੀਮ ਜਿਹੜੀ ਹੈ ਉਹਨਾਂ ਦੀ ਸ਼ਮੂਲੀਅਤ ਬੜੀ ਵੇਖਣ ਨੂੰ ਮਿਲੀ ਸੀ। ਇਸ ਵਾਰ ਇਹੋ ਜਿਹਾ ਤਾਂ ਕੁਛ ਨਹੀਂ ਹੋਇਆ। ਦੇਖੋ ਗੱਲ ਇਸ ਤਰ੍ਹਾਂ ਹਰ ਵਕਤ ਕੋਈ ਨਾ ਕੋਈ ਟੀਮ ਹੁੰਦੀ ਹੈ। ਉਹ ਪੀਕੇ ਦੀ ਟੀਮ ਸੀ ਐਤਕੀ ਸ਼ਾਇਦ ਬਿਨਾਂ ਪੀਕੇ ਵਾਲੇ ਆਏ ਹੋਣ। ਹਾਂ, ਉਹ ਪੀਕੇ ਆਏ ਸਨ। ਅਸੀਂ ਉਹੋ ਜਿਹੇ ਰੱਖਾਂਗੇ ਜਿਹੜੇ ਪੀਕੇ ਨਾ। ਹਾਂ, ਇਹ ਅਸੀਂ ਪੰਜਾਬ ਨੂੰ ਹਾਂ ਉਹ ਇਸ ਕਿਸਮ ਦੇ ਲੋਕਾਂ ਦੀ ਲੋੜ ਨਹੀਂ ਜਿਹੜੇ ਪੀਕੇ ਆਏ ਹੋਣ। ਅਸੀਂ ਉਹੋ ਜਿਹੇ ਰੱਖਾਂਗੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੋਏ, ਹੋਸ਼ੋ ਆਵਾਜ਼ ਦੇ ਵਿੱਚ ਪ੍ਰੋਮਿਸ ਕਰਨ ਜਿਹੜਾ ਪੂਰਾ ਹੋ ਸਕੇ। ਹਾਂਜੀ, ਤੁਸੀਂ ਬਣਾਓਗੇ ਉਹਦੇ ਵਿੱਚ ਕਵਰ ਪੇਜ ਤੇ ਫੋਟੋ ਕਿਹਦੀ ਹੋਊ? ਉੱਥੇ ਉਸ ਕਵਰ ਪੇਜ ਦੇ ਵਿੱਚ ਕਾਂਗਰਸ ਜਮਾਤ ਦੀ ਸੋਚ ਦੀ ਫੋਟੋ ਹੈ, ਕਿਸੇ ਵਿਅਕਤੀ ਦੀ ਨਹੀਂ ਹੋਏਗੀ। ਕਾਂਗਰਸ ਦੀ ਜਿਹੜੀ ਸੋਚ ਹੈ, ਜਿਸ ਨੇ ਦੇਸ਼ ਆਜ਼ਾਦ ਕਰਵਾਇਆ, ਜਿਸ ਨੇ ਦੇਸ਼ ਦੀ ਰਾਖੀ ਕੀਤੀ, ਅਸੀਂ ਰਖਵਾਲੇ ਆ, ਉਹ ਸੋਚ ਦੀ ਫੋਟੋ ਹੋਏਗੀ। ਇਹ ਪਾਰਟੀ ਦੀ ਸੋਚ ਦੀ ਹੋਏਗੀ, ਕੋਈ ਇੰਡੀਵਿਜੂਅਲ ਦੀ ਨਹੀਂ ਹੋਏਗੀ। ਰੋਹਨ ਗੁਪਤਾ ਜੀ, ਤੁਸੀਂ ਦਿੱਲੀ ਦਾ ਜਦੋਂ ਕੈਂਪੇਨ ਸੀ, ਦਿੱਲੀ ਇਲੈਕਸ਼ਨ ਹੋ ਰਹੇ ਸੀ, ਉਸ ਵੇਲੇ ਤੁਸੀਂ ਇੱਕ ਮਿੰਟ ਥੋੜਾ ਲੇਡੀ, ਇੱਕ ਮਿੰਟ, ਇਫ ਯੂ ਡੋਂਟ ਮਾਈਂਡ, ਕੰਚਨ ਜੀ। ਹਾਂਜੀ, CM has been saying that Channi model is the best. Who has been ਵਿਚ ਸੀਐਮ ਆਪਣੇ ਅੱਛਾ ਜੀ, Channi model is the best for ਹਾਂਜੀ। development. And Sidhu is propagating this Punjab model. So which model are you going to incorporate in the manifesto? See, we are going to incorporate the model of the Congress. This is the Congress model ਜਿਹੜਾ ਹਿੰਦੂ ਪੰਜਾਬ ਨੂੰ ਨੰਬਰ 1 ਸਟੇਟ ਜਿਹਨੇ ਬਣਾਇਆ ਐਗਰੀਕਲਚਰ ਸਟੇਟ। ਅਸੀਂ ਉਸ ਨੂੰ ਫਾਰਵਰਡ ਲੈ ਕੇ ਜਾਣਾ। ਸਾਡੇ ਚੀਫ ਮਿਨਿਸਟਰ ਸਾਹਿਬ ਦੇ ਵੀ ਜਿਹੜੀ ਵਿਚਾਰਧਾਰਾ ਉਹ ਵੀ ਰੱਖਾਂਗੇ, ਸਾਡੇ ਪ੍ਰਧਾਨ ਜੀ ਦੀ ਵਿਚਾਰਧਾਰਾ ਵੀ ਰੱਖਾਂਗੇ, ਤੇ ਸਮੁੱਚੇ ਪੰਜਾਬ ਚੋਂ ਆ ਰਹੀ ਆਵਾਜ਼ ਜਿਹੜੀ ਥਰੂ ਆ ਜਿਹੜੀ ਆ ਫ੍ਰੀ ਟੋਲ ਨੰਬਰ ਦੇ ਜ਼ਰੀਏ ਸੁਜੈਸ਼ਨਸ ਆਣਗੇ, ਭਾਵੇਂ ਬਾਹਰਲੇ ਮੁਲਕਾਂ ਤੋਂ ਆਣ, ਭਾਵੇਂ ਇੱਥੋਂ ਹੁਣ, ਉਹ ਸਾਰਿਆਂ ਦੀ ਆਵਾਜ਼, ਉਹ ਸਾਰਿਆਂ ਦੀ ਆਵਾਜ਼, ਉਹਨਾਂ ਦੀ ਸਪਿਰਿਟ ਇਸ ਦੇ ਵਿੱਚ ਹੋਏਗੀ ਮੈਨੀਫੈਸਟੋ 'ਚ। ਤੇ ਅਸੀਂ ਬਿਲਕੁਲ ਸੋਚ ਸਮਝ ਕੇ ਉਹ ਕੰਮ ਕਰਾਂਗੇ ਜਿਹੜੀ ਵਿਸ਼ੇਸ਼ ਸਾਰੀ ਲੀਡਰਸ਼ਿਪ ਅੱਛੇ ਸੁਜੈਸ਼ਨ ਦੇਗੀ ਫॉर द बेटरमेंट वाज। ਹਾਂਜੀ, ਅੱਛਾ ਮੇਰੀ ਗੱਲ ਸੁਣੋ, ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਅੱਛਾ ਕੰਮ ਕੀਤਾ, ਤਾਂ ਹੀ ਤਾਂ ਦੂਜੀ ਵਾਰ ਸਰਕਾਰ ਆਉਣ ਲੱਗੀ। ਤੁਸੀਂ ਮੈਨੂੰ ਦੱਸੋ ਕਾਂਗਰਸ ਕਦੀ ਰਿਪੀਟ ਹੀ ਨਹੀਂ ਸੀ ਕੀਤੀ ਅੱਗੇ ਜੀ। If you talk about after 1967, once the new Punjab came in, we had never had a second term. It is only now for the first time after almost 60 years, since the inception of the new state, the Congress is going to win a second term. So that means most of the programs and what of the promises were very good. And most of the people are endorsing those. सर बस मेरा इसी में एक ऐड ऑन है, सिंपल। आप बहुत सीनियर लीडर हो। मनप्रीत बादल ने तकरीबन 1.5 महीने तक पंजाब के हर कोनों में जाकर के सबसे मिल करके बड़ी लार्ज फर्टाइल सी एक्सरसाइज करके मैनिफेस्टो लेकर गया जो बहुत बड़ा था, और आपने भी कहा था कि इस बार हम इसको बहुत छोटा करें। उस मैनिफेस्टो कमेटी, इसमें आप भी मीटिंग में, कई मीटिंगों में आपने हिस्सा लिया, और इस मैनिफेस्टो कमेटी में क्या अंतर है? ਕੋਈ ਅੰਤਰ ਨਹੀਂ ਹੋਏਗਾ ਜੀ। ਉਹਨਾਂ ਦੇ ਐਕਸਪੀਰੀਅੰਸ ਦਾ ਲਾਭ ਅਸੀਂ ਲਵਾਂਗੇ, ਉਹਨਾਂ ਦੀ ਮਿਹਨਤ ਦਾ ਲਾਭ ਅਸੀਂ ਲਵਾਂਗੇ। ਤੇ ਮੇਰੀ ਗੱਲ ਸਮਝਦੇ ਹੋ ਨਾ ਜੀ, ਮਿਹਨਤ ਉਹਨਾਂ ਨੇ ਕੀਤੀ, ਉਹਨਾਂ ਨੇ ਐਕਸਪੀਰੀਅੰਸ ਕੀਤਾ, ਅਸੀਂ ਉਹਦਾ ਲਾਭ ਲਵਾਂਗੇ, ਉਸ ਲਾਭ ਦਾ ਐਡਵਾਂਟੇਜ ਲਵਾਂਗੇ, ਉਸ ਐਡਵਾਂਟੇਜ ਦੇ ਵਿੱਚੋਂ ਅਸੀਂ ਉਹਦਾ ਨੈਕਟਰ ਕੱਢਾਂਗੇ, ਉਸ ਨੈਕਟਰ ਨੂੰ ਇੱਕ ਡੱਬੇ 'ਚ ਪਾਵਾਂਗੇ ਤੇ ਪ੍ਰੈਜ਼ੈਂਟ ਕਰਾਂਗੇ, ਜਿਹਦੇ ਨਾਲ ਸਿਹਤ ਵਧੀਆ ਰਹੇ ਸਾਰੇ। ਤੁਸੀਂ ਮੈਨੀਫੈਸਟੋ ਤਿਆਰ ਕਰਦੇ ਹੋ, ਹਾਂਜੀ, ਤੁਸੀਂ ਪ੍ਰੋਮਿਸਸ ਤਾਂ ਕਰ ਦੋਗੇ, ਪਰ ਕੀ ਤੁਸੀਂ ਰੋਡ ਮੈਪ ਵੀ ਦੱਸੋਗੇ ਕਿ ਇਹ ਪ੍ਰੋਮਿਸਸ ਕਿਵੇਂ ਪੂਰੇ ਹੋਣਗੇ? ਕਿਉਂਕਿ ਪੰਜਾਬ ਤੇ ਕਰਜ਼ਾ ਹਰ ਸਾਲ ਵਧ ਰਿਹਾ ਹੈ। ਪਿਛਲੇ ਵਾਰ 2 ਲੱਖ ਕਰੋੜ ਸੀ, ਹੁਣ 3 ਲੱਖ ਕਰੋੜ ਹੋ ਗਿਆ। ਤੁਹਾਡੇ ਪ੍ਰੋਮਿਸਸ ਕਿਵੇਂ ਪੂਰੇ ਹੋਣਗੇ? ਕੋਈ ਰੋਡ ਮੈਪ ਵੀ ਤੁਸੀਂ ਨਾਮ ਦਿਓਗੇ ਉਹਦਾ? 110% ਦੇਵਾਂਗੇ ਜੀ, ਕਿਉਂ ਨਹੀਂ ਦੇਵਾਂਗੇ? ਜਿੰਨੀਆਂ ਵੀ ਵੱਧਦੀਆਂ ਇਕਨੋਮੀਜ਼ ਨੇ ਛੋਟੇ ਵੀਰ ਵਰਲਡ ਓਵਰ, ਉਹ ਪੈਸੇ ਬਾਹਰੋਂ ਚੁੱਕਦੀਆਂ ਨੇ, ਆਪਣਾ ਇਨਫਰਾਸਟ੍ਰਕਚਰ ਵਧਾਉਂਦੀਆਂ, ਸਾਰਾ ਕੁਝ ਕਰਦੀਆਂ। ਗਰੋਇੰਗ ਇਕਨੋਮੀ ਜਿੰਨਾ ਪੈਸਾ ਵਿੱਚ ਆਏਗਾ ਉਹਦੇ ਨਾਲ ਹੀ ਤਰੱਕੀ ਹੋਏਗੀ। ਕੋਈ ਗੱਲ ਨਹੀਂ, ਕਰਜ਼ਾ ਥੋੜਾ ਮੋਟਾ ਚੜ੍ਹਦਾ ਫਿਰ ਉਤਾਰੀ ਦਾ ਵੀ ਹੈ।
ਹੁਣ ਅਸੀਂ ਇਹਦੇ ਤੇ ਵਿਸ਼ੇਸ਼ ਧਿਆਨ ਦੇਣਾ ਕਿ ਅਗਲੇ ਟਾਈਮ ਦੇ ਵਿੱਚ ਅਸੀਂ ਰਿਸੋਰਸਸ ਮੋਬਿਲਾਈਜ਼ ਕਿੱਥੋਂ ਕਰਨੇ, ਕਰਜ਼ਾ ਘੱਟ ਚੜ ਸਕੇ, ਅਸੀਂ ਸੁਚੱਜੇ ਢੰਗ ਨਾਲ ਇਸ ਨੂੰ ਸਪੈਸ਼ਲ ਜਿਹੜੀ ਮੀਡੀਅਮ ਸਕੇਲ ਤੇ ਸਮਾਲ ਸਕੇਲ ਇੰਡਸਟਰੀ ਹੈ, ਪੰਜਾਬ ਵਾਸ ਦੀ ਹੱਬ ਆਫ ਦੈਟ, ਐਂਡ ਜਿੰਨਾ ਚਿਰ ਅਸੀਂ ਇਹ ਲੈ ਕੇ ਨਹੀਂ ਆਉਂਦੇ ਉਹਨਾਂ ਚਿਰ ਪੰਜਾਬ ਦੀ ਤਰੱਕੀ ਐਗਰੀਕਲਚਰ ਦੇ ਨਾਲ नहीं हो सकती। वील डू दैट। सर का कमेटी बनने के बाद हाँ जी। तुरंत बाद स्टेटमेंट आई कैप्टन अमरिंदर सिंह, वो कहीं ना कहीं कह रहे हैं जिम्मेवारी की बात आई, चरणजीत सिंह चन्नी को बड़ी कम जिम्मेवारी दी गई है और कहीं ना कहीं उन्होंने वर्ड यूज किया ही विल एंड अप एज अ नाइट वॉचमैन, तो दैट मीन्स के आर इनिंग हैजंट स्टॉप्ड। Night watchman means the same team is going to bat another day, so we are getting another inning. Captain Amarinder Singh has himself accepted this fact. If he comes at a night watchman, it means he's going to bat next day again. So we are so thankful to Captain Sahab. He's been so gracious, he's been so kind, he's himself accepted the truth that we are going for a second inning again. And night watchman फिर सेम सवेरे पैड पाएगा तो बैटिंग करेगा। ये तो समझो he is himself accepted this. Being a great cricketer, that means he knew what he is saying. सीएम फेस को लेके आपका क्या कहना है? हाँ जी? क्या सीएम फेस से मैनिफेस्टो, चलो एक अलग चीज है, सीएम फेस बनेगा और तुसी भी सीएम रेस चो? मैं किसे रेस च नहीं, मैं तो बस पंजाब च आन दी रेस च। मैं कांग्रेस भवन च भी कई साल बाद आया, तो इरादा होना कि ना आने छेती, मैं किसी रेस च नहीं। देखो एक मिनट, यू शुड बी वेरी क्लीयर, कांग्रेस का जो सीएम फेस इट इज डिसाइडेड बाय द पार्टी मेरा ख्याल आप मैनिफेस्टो तक करिए तो चंगा। सोशल मीडिया कैंपेन देखा उत्थे कांग्रेस बिल्कुल दूसरी बार जीरो हो गई, फिर दिल्ली और पंजाब मॉडल की गल हो रही है, वो दिल्ली मॉडल प्रचार कर रहे हैं, तुसी उस सोशल मीडिया कैंपेन का मुकाबला किवें करोगे? देखिए उनके जो मॉडल है वो गारंटी देते हैं, लेकिन जैसे जुमलों की कोई गारंटी नहीं होती, इनकी गारंटी की कोई वारंटी नहीं होती। और जो मॉडल की बात कर रहे हैं, हम आपके सामने लेके आएंगे हकीकत कि जो वादे किए हैं आज क्या हकीकत है। जो स्कूल की बात कर रहे हैं, बाजवा जी ने कहा, हमारे सब नेता ने कहा, हम तो चैलेंज दे रहे हैं, आप बात करो ना। आप एक फोटोग्राफी करके, जैसे बड़े साहब फोटोग्राफी करते हैं, छोटे साहब भी फोटोग्राफी करते हैं, उन्होंने 3 किसान लॉ पास किए, इन्होंने 1 लॉ पास किया, तो उनके जो चलने की जो दिशा है वो तो वही वाली है। तो हमारे लिए जब बड़े जो जुमले दे रहे हैं उनसे हम लड़ रहे हैं, तो छोटे जुमलेबाजों से भी हम लड़ेंगे, कोई इशू नहीं। देखिए गारंटी हुआ जुमले, उनकी कोई वारंटी नहीं होती, हमारी प्रतिज्ञाएं हैं और हम करके दिखाएंगे। और जिस प्रकार से दिल्ली हमारे लिए बहुत इजी है, क्योंकि जो आज मार्केटिंग का बजट है, अगर भाजपा का 100 रुपए है तो आम आदमी का 50 रुपए, एक स्टेट में, एक छोटा स्टेट है और पूरे देश में उनकी ऐड होती है, तो हमारे लिए बहुत इजी है। हम वो आपके सामने हकीकत लेके आएंगे कि जो वादे की उसकी हकीकत क्या है, सारी हकीकत लेके आएंगे। देखिए रेट नहीं मांगी, हमको हकीकत जनता को दिखानी कि हम लोग जब बात करते हैं, जैसे इन्होंने कई कहा के वादे, आज जो हमने किया है और जिस प्रकार से नई जो सरकार रही है, जो 24/7 जैसे नाइट वॉचमैन 24/7 खेल रहे हैं ना, जितनी चीजें पूरी करें हम सारी करेंगे। और जनता का, देखिए राहुल गांधी जी का हमेशा एक संकल्प है, जितना मैं जानता हूं कि जो राज्य में भी हम जीते हुए हारे हो, मैनिफेस्टो को दिल से तैयार किया जाता है, हर एक मुद्दे पे हर एक वर्ग की आवाज, जनता को भरोसा देना है, जनता को लगेगा कि नहीं कांग्रेस सिंसियरली प्रयास करिए, हमको जनता पूरा हमको मौका देगी। पर हमारे मैनिफेस्टो में जुमलेबाजी नहीं है, हमारा मैनिफेस्टो जनता की आवाज है, यही राहुल गांधी का प्रयास है। और जब पंजाब की भी बात होगी, राहुल जी से लेकर सारे नेता इन्वॉल्व होते हैं कि क्या क्या बात कर रहे हैं, पूरी वेटिंग होगी, प्रैक्टिकल इज पॉसिबल, वही चीज आपके सामने आपने 2017 का मैनिफेस्टो देखा जी, तो वो आपको लगता है कि पूरा होगा? देखिए अभी उन्होंने कहा कि काफी चीजें होती है, जिस प्रकार से पीके नॉन पीके की जो बात की, देखिए हमारा जो क्या चीजें हुई वो भी आप देखिए। जो चन्नी जी ने 6 महीने आके जो काम किए हैं, अनबिलीवेबल काम हुआ है। आज कोई सरकार, कोई भी राज्य में, मैं आपको चैलेंज करता हूं, इस प्रकार से काम नहीं हुआ। हमारे प्रतिबद्धता है, और जहां पे भी उन्होंने कहा कि जहां लगता है कि थोड़ी बहुत भी कमी है, हम सारी चीजें मिलकर, जिस प्रकार से बाजवा जी ने कहा कि टू द पॉइंट, बहुत बड़ा ग्रंथ नहीं करेंगे, टू द पॉइंट डिलीवरेबल जो है वो आपके सामने लेके आएंगे और जनता हमको भरोसा देगी। और जब कैप्टन साहब ने एडमिट कर लिया है कि हमारी दूसरी सरकार आ रही है, तो मुझे नहीं लगता है कि उससे बड़ा सर्टिफिकेट हमको जरूरत है। सर 2022 का विधानसभा चुनाव क्या आप लड़ेंगे? अगर लड़ेंगे तो कहां से लड़ेंगे? आप मेरी बात कर रहे हैं? जी, आप कादियां से लड़ेंगे सर? देखो टिकट तो देती है पार्टी हाईकमान, लड़ूंगा मैं पक्का, और किससे लड़ूंगा ये मैं कह नहीं सकता।
आप कादिया से ही टिकट मांगे? नहीं, मैं ये कह रहा हूँ मांग तो, पर कुछ चीजें तो ऐसी है ना मैम जो मैं इस प्रेस कॉन्फ्रेंस पे नहीं बता सकता। No, but you already told the people of the. हाँ जी? You already told people of Kadia that you. कि आप वहीं से आज मैनिफेस्टो में आने तो मैंने ये बात आपको कही है कि मेरी बात हो चुकी है, लड़ना मैंने पंजाब से ही, आई एम कमिंग बैक टू माई स्टेट आफ्टर 13 ईयर्स, इज गुड इनफ। जितों लड़ना ਤੁਹਾਨੂੰ ਚੰਦ ਦਿਨਾਂ 'ਚ ਪਤਾ ਲੱਗ ਹੀ ਜਾਣਾ ਸੀ। ਬਾਜਾ ਸਾਹਿਬ ਕਿਸਾਨ ਜਿਹੜਾ ਨੇ ਕਿਸਾਨ ਵਾਪਸ ਆ ਗਏ ਨੇ ਦਿੱਲੀ ਤੋਂ ਖਤਮ ਹੋ ਗਿਆ ਪ੍ਰੋਟੈਸਟ ਜਿਹੜਾ ਹੈ ਤੇ ਕੁਝ ਫਾਰਮਰ ਲੀਡਰਸ ਦੇ ਰਹੇ ਨੇ ਕਿ ਉਹ ਦੇ ਕੈਨ ਐਂਟਰ ਦਾ ਤੇ ਤੁਹਾਨੂੰ ਕੀ ਲੱਗਦਾ ਕਿ ਇੰਪੈਕਟ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੋਏਗਾ ਜੇ ਫਾਰਮ ਲੀਡਰਸ ਐਂਟਰ ਕਰਦੇ ਨੇ? ਦੇਖੋ ਇਸ ਤਰ੍ਹਾਂ ਮੇਰੀ ਗੱਲ ਸੁਣ ਲਓ, ਡੈਮੋਕ੍ਰੇਸੀ ਦੇ ਵਿੱਚ ਹਰ ਪਾਰਟੀ ਨੂੰ, ਹਰ ਆਦਮੀ ਨੂੰ ਹੱਕ ਹੈ। तो हाउ कैन वी से कि जे तुसी उठों आए हो तुसी किसी पार्टी की मदद ना करो या अपनी ना बनाओ या सियासत च ना आओ। जिन्ने लोग वध अच्छे सियासत चाहणगे उन्ना ही सियासत नूं एडवांटेज होएगा, उन्ना ही सूबे नूं सियासत। एवरीबडी इज वेलकम। ठीक है जी, थैंक यू बहुत बहुत। अच्छा बात कर लो नाल जाओ।